ਹੈਲੋ एवरीवन, ਅੱਜ ਮੈਂ ईटीटी ਦੇ ਮਾਸਟਰ ਗ੍ਰੇਡਰ ਦੇ ਮੈਥਸ ਦੇ ਟੌਪਿਕ ਸਟਾਰਟ ਕਰਨ ਲੱਗੀ ਹਾਂ ਅਤੇ ਮੈਂ ਟਰਾਈ ਕਰਾਂਗੀ ईटीटी ਵਾਲੇ ਹਰ ਇੱਕ ਕੈਂਡੀਡੇਟ ਲਈ ਮੈਂ ਪੰਜਾਬੀ 'ਚ ਹੀ ਟਰਾਈ ਕਰਾਂ ਕਿ ਮੈਂ ਹਰ ਇੱਕ ਚੈਪਟਰ ਪੰਜਾਬੀ ਵਿੱਚ ਹੀ ਅੰਡਰਸਟੈਂਡ ਕਰਵਾਵਾਂ। ਸੋ ਆਪਣਾ ਪਹਿਲਾ ਚੈਪਟਰ ਹੈ ਰੀਅਲ ਨੰਬਰਸ, ਵਾਸਤਵਿਕ ਸੰਖਿਆਵਾਂ। ਵਾਸਤਵਿਕ ਸੰਖਿਆਵਾਂ ਕੀ ਹੁੰਦੀਆਂ ਨੇ? ਰੀਅਲ ਨੰਬਰਸ ਦੋ ਟਾਈਪ ਦੇ ਹੁੰਦੇ ਨੇ, ਰੈਸ਼ਨਲ ਨੰਬਰ ਅਤੇ ਇਰਰੈਸ਼ਨਲ ਨੰਬਰ। ਰੈਸ਼ਨਲ ਨੰਬਰਸ ਨੂੰ ਬੋਲਦੇ ਆ ਪ੍ਰਮੇਜ ਸੰਖਿਆਵਾਂ ਅਤੇ ਇਰਰੈਸ਼ਨਲ ਨੰਬਰ ਨੂੰ ਬੋਲਦੇ ਆ ਆਪਰਮੇਜ ਸੰਖਿਆਵਾਂ, ਯਾਨੀ ਕਿ ਜਿਹੜੀਆਂ ਪ੍ਰਮੇਜ ਨਹੀਂ ਹੁੰਦੀਆਂ। ਰੈਸ਼ਨਲ ਨੰਬਰ ਨੂੰ ਆਪਾਂ P/Q ਫੋਰਮ ਦੇ ਵਿੱਚ ਲਿਖ ਸਕਦੇ ਹਾਂ, ਜਿੱਥੇ Q ਨੋਨ ਜ਼ੀਰੋ ਹੋਣੀ ਚਾਹੀਦੀ ਆ, ਕਿਉਂਕਿ ਜੇ Q ਜ਼ੀਰੋ ਆ ਗਈ, ਜਿਵੇਂ 1/0 ਆ, ਤਾਂ ਇੱਦਾਂ ਦੇ ਨੰਬਰ ਡਿਫਾਈਨ ਨਹੀਂ ਹੁੰਦੇ। ਪ੍ਰਮੇਜ ਸੰਖਿਆਵਾਂ ਦੇ ਵਿੱਚ ਸਾਰੇ ਆਪਣੇ ਕਾਊਂਟਿੰਗ ਨੰਬਰਸ, ਜਿਹਨਾਂ ਨੂੰ ਨੈਚੁਰਲ ਨੰਬਰਸ ਵੀ ਆਉਂਦੇ ਆ, ਉਹ ਵੀ ਸਾਰੇ ਇਹਦੇ ਵਿੱਚ ਆਉਂਦੇ ਆ, ਕਿਉਂਕਿ ਹਰ ਇੱਕ ਨੰਬਰਸ ਨੂੰ ਆਪਾਂ ਜਿਵੇਂ 1 2 3 4 5 6 ਆ, ਇਹਨੂੰ ਆਪਾਂ 5/1 4/1 5/1 2/1 ਲਿਖ ਸਕਦੇ ਹਾਂ, ਯਾਨੀ ਕਿ P/Q ਫੋਰਮ 'ਚ ਐਗਜ਼ਿਸਟ ਕਰਦੇ ਨੇ। ਅਤੇ ਇੰਟੀਜਰਸ ਨੈਗੇਟਿਵ ਨੰਬਰਸ ਨੇ, -1/1 -2/1, ਇਹ ਵੀ ਕਿੰਨੇ ਸਾਰੇ ਰੈਸ਼ਨਲ ਨੰਬਰਸ ਨੇ। ਇਟ ਮੀਨਸ ਰੈਸ਼ਨਲ ਨੰਬਰਸ ਦੇ ਵਿੱਚ ਸਾਰੇ ਨੈਚੁਰਲ ਨੰਬਰਸ ਆ ਗਏ। ਹੋਲ ਨੰਬਰ ਜ਼ੀਰੋ ਵੀ ਕੀ ਹੈ? ਇੱਕ ਰੈਸ਼ਨਲ ਨੰਬਰ ਹੈ, ਕਿਉਂਕਿ ਜ਼ੀਰੋ ਨੂੰ ਆਪਾਂ 0/1 ਇੱਕ ਰੈਸ਼ਨਲ ਨੰਬਰ ਦੀ ਤਰ੍ਹਾਂ, ਪ੍ਰਮੇਜ ਸੰਖਿਆ ਦੀ ਤਰ੍ਹਾਂ ਲਿਖ ਸਕਦੇ ਹਾਂ। ਇਰਰੈਸ਼ਨਲ ਨੰਬਰਸ ਕਿਹੜੇ ਹੁੰਦੇ ਨੇ? ਜਿਹੜੇ ਰੈਸ਼ਨਲ ਨਹੀਂ ਗੇ, P/Q ਫੋਰਮ 'ਚ ਨਹੀਂ ਗੇ, ਜਿਵੇਂ √2 √3। ਧਿਆਨ ਰੱਖਣਾ, √4 ਇਰਰੈਸ਼ਨਲ ਨੰਬਰ ਨਹੀਂ ਗਾ, ਕਿਉਂਕਿ √4 ਆਪਣੇ ਕੋਲ ਆਉਂਦਾ ਆ 2 ਦੇ ਬਰਾਬਰ, ਅਤੇ 2/1 ਕੀ ਹੈ? ਇੱਕ ਰੈਸ਼ਨਲ ਨੰਬਰ ਆ, ਤਾਂ ਇਹ ਇਰਰੈਸ਼ਨਲ ਨੰਬਰ ਨਹੀਂ ਗਾ। √5 ਵੀ ਕੀ ਆ? ਇਰਰੈਸ਼ਨਲ ਨੰਬਰ। ਆਪਰਮੇਜ ਸੰਖਿਆਵਾਂ, ਇਹ ਸੀਗਾ ਰੀਅਲ ਨੰਬਰ। ਨੈਕਸਟ ਆਪਣੇ ਕੋਲ ਹੈਗਾ ਡੈਸੀਮਲ ਐਕਸਪ੍ਰੈਸ਼ਨ ਤੋਂ ਆਪਾਂ ਕਿੱਦਾਂ ਦੱਸ ਸਕਦੇ ਹਾਂ, ਕਿਉਂਕਿ ਡੈਸੀਮਲ ਐਕਸਪ੍ਰੈਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਸ਼ਾਂਤ ਆਵਰਤੀ ਵਾਲਾ ਅਤੇ ਇੱਕ ਅਸ਼ਾਂਤ ਆਵਰਤੀ ਵਾਲਾ। ਇਹ ਡੈਸੀਮਲ ਐਕਸਪ੍ਰੈਸ਼ਨ ਮੈਂ ਸਪੈਸ਼ਲ ਗੱਲ ਕਰਦੀ ਪਈ ਹਾਂ ਰੈਸ਼ਨਲ ਨੰਬਰਸ ਦੀ। ਰੈਸ਼ਨਲ ਨੰਬਰ ਯਾਨੀ ਕਿ ਪ੍ਰਮੇਜ ਸੰਖਿਆਵਾਂ ਦੀ। ਸ਼ਾਂਤ ਆਵਰਤੀ ਅਤੇ ਅਸ਼ਾਂਤ ਆਵਰਤੀ ਤੋਂ ਕੀ ਭਾਵ ਆ? ਮੈਂ ਐਗਜ਼ਾਮਪਲ ਲੈ ਕੇ ਕਰਵਾਵਾਂਗੀ। ਜਿਵੇਂ ਐਗਜ਼ਾਮਪਲ ਹੈ 1/4। ਜਦੋਂ ਤੁਸੀਂ 1 ਨੂੰ 4 'ਤੇ ਡਿਵਾਈਡ ਕਰੋਗੇ ਤਾਂ ਤੁਹਾਡਾ ਆਨਸਰ ਆਏਗਾ 0.25। ਇਸ ਤੋਂ ਅੱਗੇ ਕੋਈ ਨੰਬਰ ਨਹੀਂ ਆਉਂਦਾ, ਇੱਥੇ ਗੱਲ ਖਤਮ ਹੋ ਗਈ, ਮਤਲਬ 1/4 ਦਾ ਆਨਸਰ 0.25 ਆ ਗਿਆ। ਇਹਨੂੰ ਬੋਲਾਂਗੇ, ਇਹਦੀ ਪ੍ਰਵਿਰਤੀ ਹੈ ਸ਼ਾਂਤ ਆਵਰਤੀ। ਇਹਨੂੰ ਇੰਗਲਿਸ਼ 'ਚ ਬੋਲਦੇ ਨੇ ਕਿ ਟਰਮੀਨੇਟਿੰਗ ਡੈਸੀਮਲ ਐਕਸਪ੍ਰੈਸ਼ਨ ਆ ਗਿਆ। ਟਰਮੀਨੇਟਿੰਗ ਦਾ ਮਤਲਬ ਸਟੋਪ ਕਰ ਗਿਆ, ਖਤਮ ਹੋ ਗਿਆ ਡੈਸੀਮਲ ਐਕਸਪ੍ਰੈਸ਼ਨ। ਅਸ਼ਾਂਤ ਕਿਹੜੇ ਹੁੰਦੇ ਨੇ? ਜਿਹੜੇ ਖਤਮ ਨਾ ਹੋਣ ਬਟ ਰਿਪੀਟ ਕਰਦੇ ਰਹਿਣ। ਜਿਵੇਂ 1/3 ਨੂੰ ਡਿਵਾਈਡ ਕਰ ਲਓ, ਤੁਹਾਡੇ ਕੋਲ ਜਦੋਂ ਤੁਸੀਂ ਡਿਵਾਈਡ ਕਰੋਗੇ 1 ਨੂੰ 3 ਨਾਲ ਡਿਵਾਈਡ ਕਰੋਗੇ ਤਾਂ ਪੁਆਇੰਟ ਲਾ ਕੇ ਆਪਾਂ 0 ਲਗਾਵਾਂਗੇ ਤਾਂ 3 'ਤੇ ਜਾਏਗਾ, 9 ਆ ਗਿਆ, ਫਿਰ 1 ਆ ਗਿਆ, ਫਿਰ 0 ਲਗਾਵਾਂਗੇ, ਫਿਰ 3 'ਤੇ ਆਏਗਾ, ਯਾਨੀ ਕਿ ਇਹ ਆ ਜਾਏਗਾ 0 3 3 3 3 3 ਅਪ ਟੂ ਸੋ ਔਨ। ਕਦੇ ਵੀ ਡਿਵੀਜ਼ਨ ਕੰਪਲੀਟ ਨਹੀਂ ਹੁੰਦੀ, ਆਪਾਂ ਨੂੰ 3 3 ਮਿਲਦਾ ਰਹੇਗਾ, ਯਾਨੀ ਕਿ ਇਹਨੂੰ ਆਪਾਂ ਲਿਖ ਸਕਦੇ ਹਾਂ 0.3 ਵਾਰ। ਇਹਨੂੰ ਕੀ ਬੋਲਾਂਗੇ ਆਪਾਂ? ਅਸ਼ਾਂਤ ਡੈਸੀਮਲ ਐਕਸਪ੍ਰੈਸ਼ਨ, ਅਸ਼ਾਂਤ ਆਵਰਤੀ ਬੋਲਾਂਗੇ। ਦੋ ਟਾਈਪ ਦੀ ਹੋ ਗਈ ਆਵਰਤੀ, ਇੱਕ ਸ਼ਾਂਤ ਆਵਰਤੀ, ਇੱਕ ਅਸ਼ਾਂਤ ਆਵਰਤੀ। ਤਾਂ ਰੈਸ਼ਨਲ ਨੰਬਰਸ ਜਿਨ੍ਹਾਂ ਦਾ ਡੈਸੀਮਲ ਐਕਸਪ੍ਰੈਸ਼ਨ ਸ਼ਾਂਤ ਆਵੇ ਤਾਂ ਅਸ਼ਾਂਤ ਆਵੇ, ਉਹਨਾਂ ਨੂੰ ਆਪਾਂ ਬੋਲਾਂਗੇ ਪ੍ਰਮੇਜ ਸੰਖਿਆਵਾਂ। ਅਤੇ ਅਪਰਮੇਜ ਸੰਖਿਆਵਾਂ ਹੋਣਗੀਆਂ ਜਿਨ੍ਹਾਂ ਦਾ ਸ਼ਾਂਤ ਵੀ ਨਾ ਆਵੇ ਅਤੇ ਅਸ਼ਾਂਤ ਵੀ ਨਾ ਆਵੇ, ਯਾਨੀ ਕਿ ਨਾ ਤਾਂ ਉਹ ਖਤਮ ਹੋਵੇ ਅਤੇ ਨਾ ਹੀ ਆਪਾਂ ਨੂੰ ਇੱਦਾਂ ਦਾ ਰਿਪੀਟ ਮਿਲੇ, ਯਾਨੀ ਕਿ ਕਦੇ ਕੁਛ ਆ ਗਿਆ, ਕਦੇ ਕੁਛ ਆ ਗਿਆ। ਜਿਵੇਂ ਮੰਨ ਲਓ ਕੋਈ ਵੀ ਆ, ਕਦੇ 1 ਆ ਗਿਆ, ਕਦੇ 3 ਆ ਗਿਆ, ਕਦੇ 4 ਆ ਗਿਆ, ਕਦੇ 6 ਆ ਗਿਆ, 7 ਆ ਗਿਆ, ਡਿਵਾਈਡ ਕਰਕੇ ਕੁਛ ਨਾ ਕੁਛ ਮਿਲਦਾ ਹੀ ਰਿਹਾ, ਬਟ ਉਹ ਰਿਪੀਟ ਵੀ ਨਹੀਂ ਕਰਦਾ ਪਿਆ ਅਤੇ ਖਤਮ ਵੀ ਨਹੀਂ ਹੁੰਦਾ ਪਿਆ। ਉਹਨਾਂ ਨੂੰ ਬੋਲਾਂਗੇ ਅਪਰਮੇਜ ਸੰਖਿਆਵਾਂ। ਨਾ ਤਾਂ ਸ਼ਾਂਤ ਆਵਰਤੀ ਆਈ, ਨਾ ਅਸ਼ਾਂਤ ਆਵਰਤੀ ਆਈ। ਓਕੇ, ਆਪਾਂ ਇੱਕ ਐਗਜ਼ਾਮਪਲ ਕਰਦੇ ਹਾਂ। ਉਹ ਕਹਿੰਦੇ ਬਿਨਾਂ ਲੰਬੀ ਭਾਗ ਦੇਣ ਤੋਂ ਦੱਸੋ ਕਿ 2/7 ਪ੍ਰਮੇਜ ਸੰਖਿਆਵਾਂ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਜਾਂ ਅਸ਼ਾਂਤ ਆਵਰਤੀ ਦਾ ਹੈ। ਤਾਂ 2/7 ਨੂੰ ਡਿਵਾਈਡ ਕਰਨਾ ਪੈਣਾ। ਮੈਂ ਛੋਟਾ ਨੰਬਰ 1/7 ਲੈ ਕੇ ਡਿਵਾਈਡ ਕਰਕੇ ਦਿਖਾਉਂਦੀ ਹਾਂ। ਤਾਂ 7 'ਤੇ ਆਪਾਂ ਡਿਵਾਈਡ ਕੀਤਾ 1 ਨੂੰ, ਤਾਂ ਫਸਟ ਆਫ ਆਲ 0 ਪੁਆਇੰਟ ਲੱਗੇਗਾ, 0 ਪੁਆਇੰਟ 10 ਲਗਾ ਲਿਆ। 1 'ਤੇ ਗਿਆ 7 30, 4 'ਤੇ ਗਿਆ 28। ਹਜੇ ਤੱਕ ਤਾਂ ਆਪਣੇ ਕੋਲ ਰਿਪੀਟ ਵੀ ਨਹੀਂ ਕੀਤਾ, ਯਾਨੀ ਕਿ ਨਾ ਹੀ ਸ਼ਾਂਤ ਆ ਨਾ ਹੀ ਅਸ਼ਾਂਤ ਆ, ਹਜੇ ਤੱਕ ਕੁਛ ਵੀ ਨਹੀਂ ਹੈਗਾ। ਤਾਂ ਆਪਾਂ ਅੱਗੇ ਚੱਲਦੇ ਹਾਂ, ਦੇਖਦੇ ਹਾਂ 2-3 ਨੰਬਰ। ਫਿਰ ਡਿਵਾਈਡ ਕਰਕੇ ਕੀ ਆਏਗਾ 2, ਮਾਈਨਸ ਕਰਕੇ ਸੌਰੀ, ਤਾਂ 20 ਆ ਜਾਏਗਾ। ਫਿਰ ਇਹ ਜਾਏਗਾ 2 'ਤੇ ਜਾਏਗਾ, ਫਿਰ ਆ ਜਾਏਗਾ 14, ਫਿਰ 6, ਫਿਰ 0 ਤਾਰ ਲਈ, ਫਿਰ ਇਹ ਜਾਏਗਾ 8 'ਤੇ, ਤਾਂ 56। ਕਿੰਨਾ ਆ ਗਿਆ 4, ਫਿਰ 0 ਤਾਰ ਲਈ,
फिर ये जाएगा 40 आ गया, मैं इत्थे लिख लैनी हाँ खुली जगह ते रेज कर लैने इहनूं। अपने कोल इत्थे सीगा 20 माइनस ए 2 ते गया सी 14, फिर आया सी 60 फिर ये गया सी 56 ते फिर आ गया सी 40 जाएगा 5 ते 35, फिर आ गया 50, फिर ये जाएगा 7 ते, यानी कि आंसर आ गया 0.14285। होने जाएगा 7 ते 49, फिर आ गया 10, फिर जाएगा 1 ते, फिर आ गया 30, फिर ਇਹਦਾ मतलब आ वाली चीज़ दोबारा रिपीट कर गई, रिपीट कर रहे हैं ना 10 तो फिर स्टार्ट हो गया ਆਪਾਂ ਇਹਦਾ मतलब 1/7 ਦਾ आंसर आ गया 0.14285 ਉੱਪਰ ਆਪਾਂ ਲਿਖ ਸਕਦੇ ਹਾਂ 12। ਸਾਰੇ ਨੰਬਰਸ ਦੁਬਾਰਾ ਰਿਪੀਟ ਕਰਨਗੇ। ਇਟ ਮੀਨਸ ਇਹ ਕੀ ਆ ਗਿਆ ਆਪਣੇ ਕੋਲੇ ਅਸ਼ਾਂਤ ਪ੍ਰਵਿਰਤੀ ਆ ਗਈ 1/7। ਬਟ ਆਪਣੇ ਕੁਐਸਚਨ 'ਚ ਦਿੱਤਾ ਵਾ ਸੀ 2/7, ਤਾਂ 2/7 ਕਿੱਦਾਂ ਕਰਾਂਗੇ? ਜਿਹਨੂੰ ਆਪਾਂ 2 ਨਾਲ ਮਲਟੀਪਲਾਈ ਕਰ ਦਈਏ ਤਾਂ ਇਹ ਬਣ ਜਾਏਗਾ 2/7। इट मीनस जे मैं ए वाले नंबर नू 2 नाल मल्टीप्लाई करांगी तो आंसर आएगा 2 नाल मल्टीप्लाई करके 7 एंड 5 एंड 0.2 समथिंग कुछ इदा आ जाएगा। यहाँ 8 आएगा, 8 आएगा बीच में 28 0.28 5714 ਉੱਪਰ ਬਾਰ ਦਿੱਤੀ ਹੋਈ ਆ ਤਾਂ ਇਹਦੇ ਉੱਪਰ ਵੀ ਬਾਰ ਆ ਜਾਏਗੀ। ਇਟ ਮੀਨਸ ਹੁਣ ਇਹ ਵਾਲੇ ਨੰਬਰਸ ਆਪਣੇ ਕੋਲ ਕੀ ਕਰਦੇ ਪਿਆ 1/7 ਦੀ ਜੇ ਅਸ਼ਾਂਤ ਆਵਰਤੀ ਆ ਗਈ ਤਾਂ 2/7 ਦੀ ਵੀ ਕੀ ਆਏਗੀ ਅਸ਼ਾਂਤ ਆਵਰਤੀ ਆਏਗੀ। ਤਾਂ ਫਸਟ ਆਪਸ਼ਨ ਇਜ਼ ਅ ਕਰੈਕਟ ਆਂਸਰ। ਹੁਣ ਇਹਦੇ ਤੁਸੀਂ ਸੈਕਿੰਡ ਆਂਸਰ 27/8 ਇਹਨੂੰ ਡਿਵਾਈਡ ਕਰਕੇ ਦੇਖ ਲਓ। ਇਹਦੇ ਵਿੱਚ ਮੈਂ 1/7 ਤਾਂ ਕਰਵਾਇਆ ਸੀ ਕਿਉਂਕਿ ਜੇ ਪੇਪਰ ਦੇ ਵਿੱਚ 2/7 ਆ ਜੇ 3/7 ਆ ਜੇ 4/7 ਆ ਜੇ ਤਾਂ 1/7 ਨੂੰ ਸੋਲਵ ਕਰ ਲਿਆ ਤਾਂ 1/7 ਅਸ਼ਾਂਤ ਆਵਰਤੀ ਆ ਗਈ ਤਾਂ 3/7 4/7 5/7 ਉਹ ਵੀ ਕੀ ਆਉਣਗੀਆਂ ਅਸ਼ਾਂਤ ਆਵਰਤੀ ਵਾਲੇ ਨੰਬਰਸ ਪਰਮੇਜ ਸੰਖਿਆਵਾਂ ਹੀ ਮਿਲਣਗੀਆਂ ਜਿਨ੍ਹਾਂ ਦੀ ਅਸ਼ਾਂਤ ਆਵਰਤੀ ਆਵੇਗੀ। ਇਹ ਐਗਜ਼ਾਮਪਲ ਤੁਸੀਂ ਖੁਦ ਕਰਨੀ ਆ। ਨੈਕਸਟ ਮੈਂ ਗੁਣਨਖੰਡ ਕਰਵਾ ਰਹੀ ਹਾਂ। ਗੁਣਨਖੰਡ ਕਿੱਦਾਂ ਫਾਈਂਡ ਕਰਨੇ ਆ ਜਾਂ ਆਪਾਂ ਕਹਿ ਸਕਦੇ ਹਾਂ ਪ੍ਰਾਈਮ ਫੈਕਟਰਾਈਜੇਸ਼ਨ ਕਿੱਦਾਂ ਫਾਈਂਡ ਕਰਨੀ ਆ। 120 ਨੂੰ ਡਿਵਾਈਡ ਆਪਾਂ ਇਹਦੇ ਫੈਕਟਰਸ ਲਿਖਣੇ ਨੇ ਸਮੋਲੈਸਟ ਫੈਕਟਰਸ ਕਿਹੜੇ ਕਿਹੜੇ ਬਣਦੇ ਪਏ ਨੇ। ਪ੍ਰਾਈਮ ਫੈਕਟਰਾਈਜੇਸ਼ਨ ਪ੍ਰਾਈਮ ਨੰਬਰਸ ਹੁੰਦੇ ਨੇ ਜਿਹੜੇ ਇਟਸੈਲਫ 'ਤੇ ਡਿਵਿਜ਼ੀਬਲ ਹੋਣ ਅਤੇ 1 'ਤੇ ਡਿਵਿਜ਼ੀਬਲ ਹੋਣ। ਜਿੱਦਾਂ 2 3 5 7 9 ਪ੍ਰਾਈਮ ਨੰਬਰ ਨਹੀਂ ਹੈਗਾ ਬਿਕੋਜ਼ 9 3 ਦੇ ਟੇਬਲ 'ਤੇ ਵੀ ਡਿਵਾਈਡ 3 ਦੇ ਟੇਬਲ 'ਤੇ ਵੀ ਡਿਵਾਈਡ ਹੁੰਦਾ। 11 ਵੀ ਇੱਕ ਪ੍ਰਾਈਮ ਨੰਬਰ ਹੈ, 13 ਵੀ ਪ੍ਰਾਈਮ ਨੰਬਰ ਹੈ, 17 19 23 21 ਇਜ਼ ਅ ਨੋਟ ਪ੍ਰਾਈਮ ਨੰਬਰ ਬਿਕੋਜ਼ 21 3 ਦੇ ਟੇਬਲ 'ਤੇ ਵੀ ਆਉਂਦਾ ਹੈ 7 'ਤੇ ਵੀ ਡਿਵਾਈਡ ਹੁੰਦਾ ਹੈ। ਸੋ ਫਸਟ ਆਫ ਆਲ ਇਹਨੂੰ ਆਪਾਂ 2 'ਤੇ ਡਿਵਾਈਡ ਕਰਾਂਗੇ ਤਾਂ ਮਿਲ ਗਿਆ 60, ਫਿਰ 2 'ਤੇ ਡਿਵਾਈਡ ਕਰਾਂਗੇ ਤਾਂ ਮਿਲ ਗਿਆ 30, ਫਿਰ ਇਸ ਨੂੰ ਆਪਾਂ 3 'ਤੇ ਡਿਵਾਈਡ ਕਰਾਂਗੇ ਤਾਂ ਮਿਲ ਗਿਆ 10, 2 'ਤੇ ਡਿਵਾਈਡ ਕਰਾਂਗੇ ਤਾਂ ਮਿਲ ਗਿਆ 5, ਫਿਰ 5 'ਤੇ ਡਿਵਾਈਡ ਕਰਾਂਗੇ ਤਾਂ ਮਿਲ ਗਿਆ 1। ਇਟ ਮੀਨਸ 120 ਨੂੰ ਆਪਾਂ ਕੀ ਲਿਖ ਸਕਦੇ ਹਾਂ 2 × 2 × 3 × 5। ਇਹਦੇ ਗੁਣਨਖੰਡ ਆ ਗਏ ਗੁਣਨਫਲ ਦੇ ਰੂਪ ਵਿੱਚ। ਹੁਣ ਆਪਣੇ ਕੋਲ ਇੱਦਾਂ ਦੀ ਆਪਸ਼ਨ ਚਾਰਾਂ ਆਪਸ਼ਨਸ ਦੇ ਵਿੱਚ ਨਹੀਂ ਦਿੱਤੀ ਹੋਈ ਬਟ ਆਪਾਂ ਇੱਕ ਕੰਸੈਪਟ ਕੀਤਾ ਸੀ ਆਈ ਥਿੰਕ 7th ਜਾਂ 8th ਕਲਾਸ ਦੇ ਵਿੱਚ ਕਿ ਜੇ ਆਪਣੇ ਕੋਲੇ ਏ ਦੀ ਪਾਵਰ m ਅਤੇ ਏ ਦੀ ਪਾਵਰ n ਦਿੱਤੀ ਹੋਵੇ ਬੇਸ ਸੇਮ ਦਿੱਤਾ ਹੋਵੇ ਏ ਨੂੰ ਬੋਲਾਂਗੇ ਬੇਸ ਅਤੇ ਪਾਵਰ ਆਪਣੇ ਕੋਲ ਕੁਛ ਮਰਜ਼ੀ ਹੋਵੇ ਭਾਵੇਂ ਸੇਮ ਹੋਵੇ ਭਾਵੇਂ ਨਾ ਹੋਵੇ ਮਲਟੀਪਲਾਈ ਹੁੰਦੇ ਪਏ ਹੁਣ ਦੋ ਨੰਬਰਸ ਤਾਂ ਬੇਸ ਸੇਮ ਹੋਵੇ ਤਾਂ ਪਾਵਰਸ ਕੀ ਹੋ ਜਾਂਦੀਆਂ ਨੇ ਐਡ। ਹੁਣ ਧਿਆਨ ਨਾਲ ਦੇਖੋ 2 × 2 × 2 ਸਾਰਿਆਂ ਦਾ ਬੇਸ ਸੇਮ ਆ ਪਾਵਰ ਸਾਰਿਆਂ ਦੀ ਕੁਛ ਨਹੀਂ ਦਿੱਤੀ ਹੋਈ ਇਟ ਮੀਨਸ 1 ਆ ਤਾਂ 2 ਦੀ ਪਾਵਰ ਕੀ ਬਣ ਜਾਏਗੀ 1 + 1 + 1 ਯਾਨੀ ਕਿ 2 ਦੀ ਪਾਵਰ 3 × 3 × 5। ਸੋ ਸੀ ਇਜ਼ ਦਾ ਕਰੈਕਟ ਆਪਸ਼ਨ। ਨੈਕਸਟ ਆਪਣੇ ਕੋਲ ਕੁਐਸਚਨ ਅਗੇਨ ਫੈਕਟਰਾਈਜੇਸ਼ਨ ਦੇ ਦਿੱਤੇ ਹੋਏ ਨੇ 825 ਸੇਮ ਆ 825 ਡਿਵਿਜ਼ੀਬਿਲਿਟੀ ਰੂਲ ਕੀ ਕਹਿੰਦਾ ਲਾਸਟ 'ਤੇ 5 ਆ ਤਾਂ ਪੱਕਾ 5 ਦੇ ਟੇਬਲ 'ਤੇ ਡਿਵਾਈਡ ਹੋਏਗਾ 5 ਦੇ ਟੇਬਲ 'ਤੇ ਇਹਨੂੰ ਡਿਵਾਈਡ ਕਰ ਲਓ। ਕੀ ਆ ਗਿਆ ਪਹਿਲਾਂ 5 1 × 5 32 ਫਿਰ 5 6 30 5 5 25 ਫਿਰ 5 'ਤੇ ਗਿਆ 3 5 3 15 5 3 15 ਅਗੇਨ ਇਹ 3 ਦੇ ਟੇਬਲ 'ਤੇ ਜਾਏਗਾ ਫਿਰ 11 ਪ੍ਰਾਈਮ ਨੰਬਰ ਹੈ ਤਾਂ ਇਹਦੇ ਫੈਕਟਰਸ ਬਣ ਗਏ। ਫੈਕਟਰਸ ਕੀ ਬਣ ਗਏ 5⁻²2 × 3 × 11। Option is not there. Oh, option is 5⁻3. D option is the correct answer.
So I hope you understand the method how to find prime factorization or ਗੁਣਨਖੰਡ ਕਿੱਦਾਂ find ਕਰਨੇ ਆ। ਤਾਂ ਇੱਦਾਂ ਦੀ question ਆਏ ਤਾਂ 12th question ਤੁਸੀਂ ਖੁਦ solve ਕਰ ਲਓ। ਨੈਕਸਟ ਆਪਾਂ HCF ਐਂਡ LCM find ਕਰਦੇ ਹਾਂ। ਭਾਜ ਗੁਣਨਖੰਡ ਵਿਧੀ ਰਾਹੀਂ ਸੰਪੂਰਨ ਸੰਖਿਆਵਾਂ 12 16 28 ਦਾ HCF ਤੇ LCM ਪਤਾ ਕਰੋ। HCF ਹੁੰਦਾ ਆ ਹਾਈਐਸਟ ਕਾਮਨ ਫੈਕਟਰ ਆਪਾਂ ਇੱਕ ਫੈਕਟਰ ਦੇਖਣਾ ਆ ਜਿਹੜਾ ਤਿੰਨੋਂ ਨੰਬਰਸ ਦੇ ਵਿੱਚ ਕਾਮਨ ਹੋਵੇ ਅਤੇ ਉਹ ਹਾਈਐਸਟ ਕਾਮਨ ਫੈਕਟਰ ਹੋਵੇ। ਯਾਨੀ ਕਿ ਜੇ ਦੋ ਕਾਮਨ ਫੈਕਟਰਸ ਵੀ ਨੇ ਤਾਂ ਆਪਾਂ ਉਹਨਾਂ ਨੂੰ ਮਲਟੀਪਲਾਈ ਕਰਕੇ ਆਪਾਂ ਹਾਈਐਸਟ ਕਾਮਨ ਫੈਕਟਰ ਫਾਈਂਡ ਕਰਨਾ ਆ। ਲੀਸਟ ਕਾਮਨ ਮਲਟੀਪਲ ਫਾਈਂਡ ਕਰਨਾ ਹੈ ਕਿ ਜਿਹੜਾ ਤਿੰਨੋਂ ਨੰਬਰਸ ਦਾ ਮਲਟੀਪਲ ਹੋਵੇ। ਲੀਸਟ ਮਲਟੀਪਲ ਯਾਨੀ ਕਿ ਮਲਟੀਪਲ 2 ਵੀ ਹੋ ਸਕਦੇ ਨੇ, 3 ਵੀ ਹੋ ਸਕਦੇ ਨੇ, 4 ਵੀ ਹੋ ਸਕਦੇ ਨੇ। ਆਪਾਂ ਸਾਰਿਆਂ ਨੂੰ ਮਲਟੀਪਲਾਈ ਕਰਕੇ ਜਿਹੜਾ ਆਪਣੇ ਕੋਲ ਨੰਬਰ ਬਣੇਗਾ ਉਹ ਹੋਏਗਾ ਉਹਦਾ LCM। ਚਲੋ ਫਸਟ ਆਫ ਆਲ ਆਪਾਂ HCF ਫਾਈਂਡ ਕਰਦੇ ਹਾਂ। ਸੇਮ ਆਪਾਂ ਪਹਿਲਾਂ ਫੈਕਟਰਸ ਹੀ ਫਾਈਂਡ ਕਰਨੇ ਆ। 12 ਦੇ ਫੈਕਟਰਸ ਫਾਈਂਡ ਕਰ ਲਓ, 16 ਦੇ ਫੈਕਟਰਸ ਫਾਈਂਡ ਕਰ ਲਓ, 28 ਦੇ ਫੈਕਟਰਸ ਫਾਈਂਡ ਕਰ ਲਓ। ਛੋਟੇ ਨੰਬਰ ਨੇ ਤਾਂ ਆਪਾਂ ਈਜ਼ੀਲੀ ਫੈਕਟਰਸ ਇਹਨਾਂ ਦੇ ਫਾਈਂਡ ਕਰ ਸਕਦੇ ਹਾਂ। 4 3 12, 4 ਨੂੰ ਵੀ ਮੈਂ 2 into 2 ਲਿਖ ਲਿਆ। 16 ਦੇ ਫੈਕਟਰਸ ਹੋਣਗੇ 4 into 4, ਬਟ ਆਪਾਂ ਈਜ਼ੀ ਵੇ ਦੇ ਨਾਲ 2 into 2 into 2 ਹੀ ਲਿਖਾਂਗੇ। 28 ਹੁੰਦਾ ਆ 7 4s are 28 ਐਂਡ 4 ਨੂੰ ਆਪਾਂ ਲਿਖ ਸਕਦੇ ਹਾਂ 2 into 2 into 7। ਸੋ ਇੱਕ ਤਾਂ ਫਸਟ 2 ਕਾਮਨ ਆ ਦੋਨਾਂ ਦੇ ਵਿੱਚ, ਇੱਕ ਸੈਕਿੰਡ 2 ਵੀ ਤਿੰਨਾਂ ਦੇ ਵਿੱਚ ਕਾਮਨ ਆ। ਤਾਂ HCF ਕੀ ਆ ਗਿਆ, ਜਿਹੜੇ ਕਾਮਨ ਫੈਕਟਰਸ ਨੇ ਉਹਨਾਂ ਨੂੰ ਆਪਾਂ ਇੱਕ ਟਾਈਮ ਹੀ ਲਿਖਣਾ ਹੈ। ਤਾਂ ਇਹ ਵਾਲੇ ਫੈਕਟਰ ਨੂੰ ਆਪਾਂ ਇੱਕ ਟਾਈਮ ਲਿਖਾਂਗੇ ਅਤੇ ਇਹ ਵਾਲੇ ਫੈਕਟਰ ਨੂੰ ਵੀ ਆਪਾਂ 1 ਟਾਈਮ ਲਿਖਾਂਗੇ। ਸੋ 2 into 2 into 4। ਸੋ C ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ। ਫਸਟ ਆਪਸ਼ਨ ਦੇ ਵਿੱਚ HCF 5 ਦਿੱਤਾ ਹੋਇਆ, B ਆਪਸ਼ਨ ਦੇ ਵਿੱਚ 6 ਦਿੱਤਾ ਹੋਇਆ, D ਆਪਸ਼ਨ ਦੇ ਵਿੱਚ 2 ਦਿੱਤਾ ਹੋਇਆ HCF। ਈਜ਼ੀ ਮੈਥਡ ਆ, 4 ਆਪਸ਼ਨਸ ਗਿਵਨ ਨੇ ਤਾਂ ਭਾਵੇਂ HCF ਫਾਈਂਡ ਕਰ ਲਓ, LCM ਫਾਈਂਡ ਕਰ ਲਓ। ਇੱਕ ਆਪਸ਼ਨ ਸੀ, ਹੁਣ C ਆਪਸ਼ਨ ਦਿਖ ਰਿਹਾ ਆਪਾਂ ਨੂੰ ਕਰੈਕਟ ਆਪਸ਼ਨ ਆ। ਸੋ ਜ਼ਰੂਰਤ ਵੀ ਨਹੀਂ ਹੈ LCM ਫਾਈਂਡ ਕਰਨ ਦੀ, ਬਟ ਮੈਂ ਤੁਹਾਨੂੰ HCF ਵੀ LCM ਵੀ ਦੱਸਾਂਗੀ ਕਿੱਦਾਂ ਫਾਈਂਡ ਕਰਨਾ। LCM ਦਾ ਮਤਲਬ ਹੁਣ ਆਪਾਂ ਸਾਰੇ ਕਾਮਨ ਫੈਕਟਰਸ ਲਿਖਣੇ ਨੇ। ਪਹਿਲਾਂ ਇਹ ਵਾਲੇ 2 ਕਾਮਨ ਫੈਕਟਰਸ ਤਾਂ ਲਿਖ ਲਓ। ਜਿਹੜੇ ਇੱਧਰ ਬਚ ਗਏ, ਬਚ ਕੌਣ ਗਿਆ, 3 ਬਚ ਗਿਆ, 2 ਬਚ ਗਿਆ, 2 ਬਚ ਗਿਆ ਅਤੇ 7 ਬਚ ਗਿਆ। ਇਹਨਾਂ ਨੂੰ ਵੀ ਮਲਟੀਪਲਾਈ ਕਰ ਲਓ। ਮਲਟੀਪਲਾਈ 7, 2 2s are 4, 2 2s are 4, 4 4s are 16, ਮਲਟੀਪਲਾਈ 21। ਹੁਣ ਆਪਾਂ ਨੂੰ ਪਤਾ 6 ਲਾਸਟ 'ਤੇ 1 ਆ, 6 ਨੂੰ 1 ਨਾਲ ਮਲਟੀਪਲਾਈ ਕਰਾਂਗੇ, ਲਾਸਟ ਡਿਜਿਟ 6 ਆਏਗਾ ਐਂਡ 3 3 6 ਇੱਕ ਹੀ ਆਪਸ਼ਨ ਜਾਂ। ਸੋ C ਆਪਸ਼ਨ ਇਜ਼ ਦਾ ਕਰੈਕਟ ਆਨਸਰ। ਸੈਕਿੰਡ ਮੈਥਡ ਕੀ ਹੈ LCM ਫਾਈਂਡ ਕਰਨ ਦਾ, ਇਕੱਠੇ ਲਿਖ ਲਓ ਨੰਬਰਸ। ਪਹਿਲਾਂ ਮੈਂ ਉਹੀ ਕੁਐਸਚਨ ਦਾ ਸੈਕਿੰਡ ਮੈਥਡ ਕਰਵਾ ਰਹੀ ਹਾਂ। 12 16 16, 12 16 ਐਂਡ 28। ਸਭ ਤੋਂ ਪਹਿਲਾਂ ਤਿੰਨਾਂ ਦਾ ਕਾਮਨ ਫੈਕਟਰ ਕੀ ਹੈ 2, ਬਿਕੋਜ਼ ਸਾਰੇ ਈਵਨ ਨੰਬਰ ਨੇ, 2 'ਤੇ ਡਿਵੀਜ਼ੀਬਲ ਨੇ। ਤਾਂ 2 'ਤੇ ਡਿਵਾਈਡ ਕੀਤਾ ਤਾਂ ਆ ਗਿਆ 6 8 ਐਂਡ 14। ਅਗੇਨ ਤਿੰਨੋਂ ਈਵਨ ਨੰਬਰ ਨੇ, 2 'ਤੇ ਜਾਣਗੇ 3 4 ਐਂਡ 7। ਅਗੇਨ 2 'ਤੇ 3 ਡਿਵਾਈਡ ਨਹੀਂ ਹੁੰਦਾ, 3 ਨੂੰ ਐਜ਼ ਇਟ ਇਜ਼ ਲਿਖ ਲਓ। 7 ਵੀ 2 'ਤੇ ਡਿਵਾਈਡ ਨਹੀਂ ਹੁੰਦਾ, ਐਜ਼ ਇਟ ਇਜ਼ ਲਿਖ ਲਓ। ਫਿਰ 3 'ਤੇ ਗਿਆ 1 2 ਐਂਡ 7। ਫਿਰ 2 'ਤੇ ਗਿਆ ਤਾਂ 2 7 ਤਾਂ ਡਿਵਾਈਡ ਨਹੀਂ ਹੁੰਦਾ, 7 ਨੂੰ ਐਜ਼ ਇਟ ਇਜ਼ ਲਿਖ ਲਓ। 2 2 'ਤੇ ਡਿਵਾਈਡ ਹੋ ਕੇ ਕੀ ਆ ਜਾਏਗਾ 1। ਫਿਰ ਇਹ ਜਾਏਗਾ 7 'ਤੇ ਜਾਏਗਾ ਤਾਂ ਸਾਰੇ 1 1 ਆ ਜਾਣਗੇ। ਠੀਕ ਹੈ, ਤਾਂ ਇਹ ਆਪਣੇ ਕੋਲ ਕਾਮਨ ਫੈਕਟਰਸ ਆ ਗਏ 2 ਮਲਟੀਪਲਾਈ 2 ਮਲਟੀਪਲਾਈ 2 ਮਲਟੀਪਲਾਈ 2 ਮਲਟੀਪਲਾਈ 3 ਮਲਟੀਪਲਾਈ 7। ਇੱਥੇ ਵੀ ਸੇਮ ਬਣੇ ਹੋਏ ਸੀ, ਬਟ ਇਹ ਵਾਲਾ ਮੈਥਡ ਆਪਾਂ ਸਿਰਫ ਉੱਥੇ ਯੂਜ਼ ਕਰਨਾ ਜਦੋਂ ਆਪਣੇ ਕੋਲ ਨੰਬਰਸ ਛੋਟੇ ਦਿੱਤੇ ਹੋਏ ਆ। ਜਦੋਂ ਨੰਬਰਸ ਆਪਣੇ ਕੋਲ ਵੱਡੇ ਹੋਣਗੇ ਤਾਂ ਡਿਫੀਕਲਟ ਹੋ ਜਾਏਗਾ ਫਾਈਂਡ ਕਰਨਾ। ਸੋ ਆਪਾਂ ਇਹ ਮੈਥਡ ਯੂਜ਼ ਨਹੀਂ ਕਰਨਾ, ਇਹ ਵਾਲਾ ਮੈਥਡ ਯੂਜ਼ ਨਹੀਂ ਕਰਨਾ ਆਪਾਂ ਫॉर ਫਾਈਂਡਿੰਗ ਦਾ LCM। ਆਪਾਂ ਇਹ ਵਾਲਾ ਮੈਥਡ ਫਾਈਂਡ ਕਰਨਾ ਹੈ, ਸ਼ਾਰਟਕਟ ਮੈਥਡ ਹੈ ਪ੍ਰਾਈਮ ਫੈਕਟਰਾਈਜੇਸ਼ਨ ਦੇ ਨਾਲ। 3 ਨੰਬਰ ਦਿੱਤੇ ਨਾ 3 ਯੂਜ਼ ਕਰ ਲਓ, 4 ਨੰਬਰ ਦਿੱਤੇ ਨੇ 4 ਨੰਬਰ ਇਕੱਠੇ ਲਿਖ ਕੇ ਇਕੱਠਿਆਂ ਦਾ ਕੀ ਕਰ ਦਿਓ LCM ਫਾਈਂਡ ਕਰ ਦਿਓ। ਨੈਕਸਟ ਕੁਐਸਚਨ ਹੈ, ਜਦੋਂ HCF ਦਿੱਤਾ ਹੋਵੇ, 2 ਨੰਬਰਸ ਦਿੱਤੇ ਹੋਣ ਅਤੇ ਕਿਆ ਹੋਵੇ LCM ਫਾਈਂਡ ਕਰ ਲਓ। ਹੁਣ ਇਸ ਕੁਐਸਚਨ ਕਰਨ ਦੇ ਵੀ 2 ਮੈਥਡ ਨੇ, ਇੱਕ ਹੈ ਸ਼ਾਰਟਕਟ ਮੈਥਡ ਅਤੇ ਇੱਕ ਜਿਹੜਾ ਆਪਾਂ ਸਿੰਪਲੀ ਸਕੂਲ ਦੇ ਵਿੱਚ ਵੀ ਯੂਜ਼ ਕਰਦੇ ਹਾਂ। LCM ਫਾਈਂਡ ਕਰਨ ਨੂੰ ਕਿਹਾ, ਇੱਕ ਤਾਂ ਇਹੀ ਮੈਥਡ ਹੈ ਕਿ 6 ਦਾ ਅਤੇ 20 ਦਾ LCM ਫਾਈਂਡ ਕਰ ਲਓ। 6 ਦਾ ਅਤੇ 20 ਦਾ LCM ਆਪਾਂ ਨੂੰ ਪਤਾ 2 ਦੀ ਟੇਬਲ 'ਤੇ ਗਿਆ ਤਾਂ 3, ਫਿਰ 10,
फिर 2 ਦੇ ਟੇਬਲ 'ਤੇ ਗਿਆ 3 ਅਤੇ 5 यानी कि 2 मल्टीप्लाई 3 मल्टीप्लाई 5 3 5 are 15 15 2 are 30 13 2 are 60 बी ऑप्शन इज़ द करैक्ट ऑप्शन बट एक शॉर्टकट मैथड करवा रही हाँ जिन्ना मर्जी वड्डा नंबर दिता हो HCF ते LCM एक गिवन हो एक फाइंड करनी हो तो की है फॉर्मूला जदों आप HCF ते LCM नू मल्टीप्लाई करांगे तो वह आंसर किस दे इक्वल आएगा A मल्टीप्लाई B ये फॉर्मूला नोट कर लो HCF ਆਪਾਂ ਨੂੰ गिवन है 2 LCM ਆਪਾਂ फाइंड करना दो नंबर्स ਆਪਾਂ ਨੂੰ गिवन ने A ਤੇ B 6 मल्टीप्लाई 20 तो LCM कितना आ जाएगा A वाला नंबर इधर 2 मल्टीप्लाई है दूसरी साइड जाके 2 की हो जाएगा डिवाइड तो 10 6 इंटू 10 इज़ 60 सो B ऑप्शन इज़ द करेक्ट आंसर नैक्सट क्वेश्चन दिता होया आई थिंक सेम क्वेश्चन रिपीट कर गया B ऑप्शन इज़ द करेक्ट आंसर नेक्स्ट क्वेश्चन इज़ HCF फाइंड करना है LCM दिया हुआ है पहले तो मैं HCF डिवाइड वाले मेथड से करवाती हूँ कैसे करना है छोटी एग्जांपल लेती हूँ मैं एक एग्जांपल ले रही हूँ मैं 36 ते 84 का HCF फाइंड करना किद्दां है 84 नूं ते 36 नूं डिवाइड कर लो 36 2 is 72 सेम जिदा डिवीजन दे विच माइनस करते हैं माइनस कर लो किद्दां आ गया 12 रिमाइंडर आ गया हुण की करना है जो रिमाइंडर आ गया तो जो अपना डिवाइजर सी उन्होंने अंदर रख लो तो इस रिमाइंडर से डिवाइड कर दो 12 से डिवाइड किया तो 12 3 36 जिन्ना चिर आंसर रिमाइंडर 0 नहीं आता आप सेम मैथड इदा ही मतलब करी जाना डिवाइड तो जिथे अपना रिमाइंडर 0 आ गया वो वाला नंबर की होएगा इहदा HCF एक तो मैथड सी 36 के फैक्टर्स बना लो 84 के फैक्टर्स बना लो कॉमन फैक्टर्स चक लो वो HCF आ जाएगा ये डिवीजन मैथड ईजी मैथड है लार्ज नंबर्स लिए फैक्टर्स बनाना डिफिकल्ट हो जाएगा डिवीजन मैथड ईजिली सॉल्व हो जाएगा सो हुण आपां अपनी एग्जांपल ते आने हैं एग्जांपल सी 96 एंड 404 एक तो ये मैथड है HCF आपां फाइंड करना है मल्टीप्लाई LCM 9696 is equals to 96 मल्टीप्लाई 404 यानी कि HCF मल्टीप्लाई द नंबर LCM का इक्वल आएगा दोनों नंबर्स के प्रोडक्ट के इक्वल तो HCF किस दे इक्वल आ जाएगा ए वाला नंबर इधर मल्टीप्लाई है तो दूसरी साइड जाके की हो जाएगा डिवाइड हो जाएगा हुण इहदी सिंपली कटिंग कर दो 9696 96 96 1 ते जाएगा ये जाएगा 1 ते 101 सो 101 नू 4 ते डिवाइड करांगे 4 ते मल्टीप्लाई करांगे तो 401 आएगा यानी कि 101 टेबल ते कैंसल हो गया कटिंग ईजिली होगी तो HCF की आ गया 4 आ गया सैकेंड मैथड की है 404 नू अंदर रख लो 96 नू बाहर रख लो डिवीजन मैथड अपने आप करना ट्राई हो जाएगा सॉल्व नैक्सट अपने कोल क्वेश्चन ने प्रमेत संख्यावां विचों किहड़ी संख्या का दशमलव प्रसार अशांत आवृत्ति किहड़ी सी रिपीट करन वाली एंड शांत आवृत्ति किहड़ी हुंदी है जिहड़ी टर्मीनेटिंग डेसीमल रिप्रजेंटेशन होगी सो 4 ऑप्शनस गिवन ने फर्स्ट ऑप्शन दे विच डिवाइड करना डिफिकल्ट है सैकेंड ऑप्शन नूं टैकल करते हैं फर्स्ट ऑफ ऑल 411 डिवाइडेड बाय 2⁴ ਆਪਾਂ ਕੀਤਾ ਹੋਇਆ ਸੀ ਕਿ ਜੇ ਆਪਣੇ ਕੋਲ ਕੋਈ ਸਪੋਜ਼ ਕਰ ਲਓ ਨੰਬਰ ਦਿੱਤਾ ਹੋਇਆ 411 ਡਿਵਾਈਡਡ ਬਾਈ 100 ਜਿੰਨੀਆਂ ਨੀਚੇ ਜ਼ੀਰੋਜ਼ ਹੋਣ ਉਹਨੇ ਡਿਜਿਟ ਛੱਡ ਕੇ ਕੀ ਲੱਗ ਜਾਂਦਾ ਡੈਸੀਮਲ ਤਾਂ ਜੇ ਆਪਣੇ ਕੋਲ ਨੀਚੇ ਜ਼ੀਰੋਜ਼ ਹੋਣ ਤਾਂ ਇਟ ਵਿਲ ਬੀ ਈਜ਼ੀ ਟੂ ਫਾਈਂਡ ਦਾ ਡੈਸੀਮਲ ਰਿਪਰੈਜ਼ੈਂਟੇਸ਼ਨ ਤਾਂ ਨੀਚੇ ਆਪਾਂ ਨੂੰ ਪਤਾ 10 ਕਿੱਦਾਂ ਬਣੇਗਾ ਜੇ ਆਪਾਂ 2 ਨੂੰ 5 ਨਾਲ ਮਲਟੀਪਲਾਈ ਕਰਾਂਗੇ बट 2 अपने को 2⁴ का मतलब की दिता होया 2 मल्टीप्लाई 2 मल्टीप्लाई 2 मल्टीप्लाई 2 तो इनू 10 बनाने लिए 5 नाल मल्टीप्लाई करना पैना इनू भी 5 नाल इनू भी 5 नाल इनू भी 5 नाल यानी कि 5⁴ नाल मल्टीप्लाई करांगे तो जाके अपने को की बनेगा नीचे 10⁴ बनेगा यानी कि जो तुसी 411 नू 5⁴ नाल मल्टीप्लाई करोगे तो फिर 10000 नाल डिवाइड करोगे तो चार डिजिट छड्ड के की लगेगा डैसीमल लगेगा
ਹੁਣ ਫੋਰ ਸ਼ਿਓਰਿਟੀ ਆਪਾਂ ਨੂੰ ਪਤਾ ਲੱਗ ਗਿਆ ਕਿ 4 ਡਿਜਿਟ ਲੱਗ ਕੇ ਡੈਸੀਮਲ ਲੱਗ ਜਾਏਗਾ। ਇਟ ਮੀਨਸ ਪੱਕਾ ਸ਼ਾਂਤ ਆਵਰਤੀ ਆਏਗੀ ਇਹਦੀ, ਯਾਨੀ ਕਿ ਉਹ ਟਰਮੀਨੇਟਿੰਗ ਡੈਸੀਮਲ ਰਿਪਰੈਜ਼ੈਂਟੇਸ਼ਨ ਆਏਗੀ। ਸੋ ਬੀ ਆਪਸ਼ਨ ਤਾਂ ਗਲਤ ਹੋ ਗਈ। ਅਸ਼ਾਂਤ ਤਾਂ ਆਈ ਨਹੀਂ। ਅਸ਼ਾਂਤ ਦੇ ਵਿੱਚ ਕੀ ਹੁੰਦੇ ਨੇ, ਨੰਬਰਸ ਰਿਪੀਟ ਕਰਦੇ ਰਹਿੰਦੇ ਨੇ, ਡਿਵੀਜ਼ਨ ਕੰਪਲੀਟ ਨਹੀਂ ਹੁੰਦੀ, ਰਿਮਾਈਂਡਰ ਕੁਛ ਨਾ ਕੁਛ ਮਿਲਦਾ ਹੀ ਰਹਿੰਦਾ, ਕੁਛ ਨਾ ਕੁਛ ਮਿਲਦਾ ਹੀ ਰਹਿੰਦਾ। ਸੀ ਆਪਸ਼ਨ ਦੇ ਵਿੱਚ ਡਿਨੋਮੀਨੇਟਰ ਦਿੱਤਾ ਹੋਇਆ 5^4, ਉਹਨੂੰ ਆਪਾਂ 2^4 ਦੇ ਨਾਲ ਮਲਟੀਪਲਾਈ ਕਰਾਂਗੇ। ਅਗੇਨ ਨੀਚੇ ਇੱਦਾਂ ਆਪਣੇ ਕੋਲ 4 ਜ਼ੀਰੋਜ਼ ਮਿਲ ਜਾਣਗੀਆਂ, ਤਾਂ ਇਟ ਮੀਨਸ ਫਸਟ ਆਪਸ਼ਨ ਕੀ ਆ, ਕਰੈਕਟ ਆਨਸਰ ਆ ਫਸਟ ਆਪਸ਼ਨ ਦੀ ਪੱਕਾ ਅਸ਼ਾਂਤ ਆਵਰਤੀ ਆਏਗੀ। ਸੋ ਇਨ MCQ ਜ਼ਰੂਰੀ ਨਹੀਂ ਹੈ ਤੁਸੀਂ ਮਲਟੀਪਲਾਈ ਸੋਲਵ ਕਰਨੀ ਆ, ਲੌਂਗ ਮੈਥਡ ਹੀ ਕਰਨਾ ਹੈ, ਬਸ ਥੋੜ੍ਹਾ ਜਿਹਾ ਧਿਆਨ ਨਾਲ ਆਪਸ਼ਨਸ ਦੇਖ ਕੇ ਆਪਸ਼ਨ ਟਿਕ ਕਰਨੀ ਹੈ। ਡੀ ਆਪਸ਼ਨ ਵੀ ਰੋਂਗ ਹੋ ਗਈ ਬਿਕੋਜ਼ ਬੀ ਆਪਸ਼ਨ ਰੋਂਗ ਹੈ, ਤਾਂ ਆਫਕੋਰਸ ਡੀ ਆਪਸ਼ਨ ਵਿਲ ਬੀ ਰੋਂਗ। ਫਸਟ ਆਪਸ਼ਨ ਰੋਂਗ ਹੈ ਕਿਉਂਕਿ ਫਸਟ ਆਪਸ਼ਨ ਦੇ ਵਿੱਚ ਆਪਣੇ ਕੋਲ 26 ਦੇ ਵਿੱਚ ਫਸਟ ਆਪਸ਼ਨ ਆਪਾਂ ਟਿਕ ਕੀਤੀ ਸੀ ਅਸ਼ਾਂਤ ਆਵਰਤੀ ਵਾਲੀ, ਤਾਂ ਇਹ ਸ਼ਾਂਤ ਆਵਰਤੀ ਪੁੱਛਿਆ ਗਿਆ ਤਾਂ ਫਸਟ ਆਪਸ਼ਨ ਤਾਂ ਹੋ ਨਹੀਂ ਸਕਦੀ। ਸੈਕਿੰਡ ਆਪਸ਼ਨ ਐਂਡ ਥਰਡ ਆਪਸ਼ਨ ਆਪਾਂ ਨੂੰ ਬਾਈ ਡਿਵਿਜ਼ੀਬਲ ਕਰਨਾ ਪਏਗਾ ਚੈੱਕ, ਬਿਕੋਜ਼ 2^ਪਾਵਰ ਨਹੀਂ ਦਿੱਤੀ ਹੋਈ ਜਾਂ 5^ਪਾਵਰ ਦਿੱਤੀ ਹੋਈ ਆ, ਬਿਕੋਜ਼ ਜੇ 2^ਪਾਵਰ ਦਿੱਤੀ ਹੁੰਦੀ ਤਾਂ 5^ਪਾਵਰ ਦੇ ਨਾਲ ਮਲਟੀਪਲਾਈ ਕਰਕੇ ਆਪਾਂ ਨੀਚੇ ਜ਼ੀਰੋਜ਼ ਬਣਾ ਸਕਦੇ ਸੀ, ਬਟ ਹੁਣ ਇੱਥੇ ਨੀਚੇ ਜ਼ੀਰੋਜ਼ ਨਹੀਂ ਬਣਦੀ ਪਈ, ਨਾ ਸੀ ਆਪਸ਼ਨ ਦੇ ਵਿੱਚ ਬਣਦੀ ਪਈ ਹੈ। ਸੀ ਆਪਸ਼ਨ ਨੂੰ ਵੀ ਡਿਵਾਈਡ ਕਰਕੇ ਦੇਖ ਲਓ। ਤਾਂ ਫਸਟ ਆਫ ਆਲ ਪਹਿਲਾਂ ਸੀ ਆਪਸ਼ਨ ਕਰ ਲਓ, ਬਿਕੋਜ਼ ਸੀ ਆਪਸ਼ਨ ਇਜ਼ ਈਜ਼ੀਐਸਟ ਆਪਸ਼ਨ, ਇਟ ਵਿਲ ਬੀ ਸੋਲਵ ਈਜ਼ੀਲੀ ਸੋਲਵ ਹੋ ਜਾਏਗੀ ਐਜ਼ ਕੰਪੇਅਰ ਟੂ ਸੈਕਿੰਡ ਆਪਸ਼ਨ। ਸੋ ਟਰਾਈ टू डिस्कार्ड द ऑप्शंस एज कंपेयर टू सॉल्व। हमने ज़्यादा सॉल्व नहीं करनी आ, ਆਪਾਂ ज़्यादा ऑप्शंस ਨੂੰ ਰੋਂਗ ਕਰਨਾ ਹੈ ਕਿ ਕਿਹੜੀ ਆਪਸ਼ਨ ਰੋਂਗ ਹੋ ਗਈ, ਬਿਕੋਜ਼ ਜੇ ਰੋਂਗ ਆਪਸ਼ਨਸ ਨੂੰ ਆਪਾਂ ਕੱਟ ਕਰ ਸਕਦੇ ਹਾਂ ਤਾਂ ਈਜ਼ੀਲੀ ਆਨਸਰ ਫਾਈਂਡ ਕਰ ਸਕਦੇ ਹਾਂ। ਸੋ ਇਹ ਵਾਸਤਵਿਕ ਸੰਖਿਆਵਾਂ ਰੀਅਲ ਨੰਬਰਸ ਜੋ ਹਮਾਰਾ ਚੈਪਟਰ ਸੀ ETT ਮਾਸਟਰ ਕੇਡਰ ਦਾ ਉਹ ਕੰਪਲੀਟ ਹੋ ਚੁੱਕਿਆ ਹੈ। ਫॉर ਫਰਦਰ ਵੀਡੀਓਜ਼ ਮੈਂ ਬਣਾਵਾਂਗੀ ETT ਮਾਸਟਰ ਕੇਡਰ ਦੀਆਂ ਐਂਡ ਟਰਾਈ ਕਰਾਂਗੀ ਮੈਕਸੀਮਮ ਟੌਪਿਕਸ ਕਵਰ ਅਪ ਹੋ ਜਾਣ। ਥੈਂਕਸ, ਹੈਵ ਅ ਨਾਈਸ ਡੇ।